सत श्री अकाल जी, स्वागत करते हैं साढ़े सारे दर्शकों का गूंजा सिख विरसे ਦੀਆਂ साड़ी खास पेशकश ਦੇ ਵਿੱਚ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਵਿੱਚ ਫਤਿਹ ਮਾਰਚ ਕੱਢਿਆ ਜਾਣਾ ਤੇ ਇਸ ਦੀ ਤਰੀਕਾਂ ਦਾ ਵੀ ਐਲਾਨ ਹੋ ਗਿਆ। ਕਿਹੜੀਆਂ ਤਰੀਕਾਂ ਰਹਿਣਗੀਆਂ ਦੱਸਾਂਗੇ ਤੁਹਾਨੂੰ ਇਸ ਖਾਸ ਪੇਸ਼ਕਸ਼ ਦੇ ਵਿੱਚ, ਜਿਸ ਦਾ ਨਾਮ ਹੈ ਗੂੰਜਾ ਸਿੱਖ ਵਿਰਸੇ ਦੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਫਤਿਹ ਮਾਰਚ ਕੱਢਿਆ ਜਾਣਾ ਉਸ ਨੂੰ ਲੈ ਕੇ ਤਰੀਕਾਂ ਦਾ ਐਲਾਨ ਕੀਤਾ ਗਿਆ। जी हाँ, दिल्ली सिख गुरुद्वारा प्रबंधक कमेटी के प्रधान हरमीत सिंह कालका ने दसिया कि 6 अप्रैल को अकाल तख्त साहब तो एक नगर कीर्तन चाले पाएगा, 7 तरीक को दिल्ली पहुँचेगा तो 8 तरीक को लाल किले ते समागम करवाए जाएंगे तो उस तो बाद 9 तरीक को दिल्ली दे विच फतेह मार्च कढ़िया जाएगा। तो इस नूं लैके दिल्ली सिख गुरुद्वारा प्रबंधक कमेटी के वफद ने बाबा बलबीर सिंह जी के नाल विचार किए हैं। ਅੱਜ बहुत ही सत्कारयोग ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਉਹਨਾਂ ਦੇ ਸਥਾਨ ਤੇ ਆ ਕੇ ਆਉਣ ਵਾਲੇ ਫਤਿਹ ਦਿਵਸ ਨੂੰ ਕਿਸ ਤਰੀਕੇ ਦੇ ਨਾਲ ਮਨਾਇਆ ਜਾਏ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਵਫਦ ਮੇਰੇ ਨਾਲ ਇੱਥੇ ਪਹੁੰਚਿਆ ਔਰ ਮੇਰੇ ਨਾਲ ਸਮੁੱਚੀ ਟੀਮ, ਜਿੱਥੇ ਸਰਦਾਰ ਜਗਦੀਪ ਸਿੰਘ ਜੀ ਕਾਲੋ ਜਨਰਲ ਸੈਕਟਰੀ, ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ ਸਾਹਿਬ, ਸਾਡੇ ਚੇਅਰਮੈਨ ਧਰਮ ਪ੍ਰਚਾਰ ਦੇ ਸਰਦਾਰ ਆਤਮਾ ਸਿੰਘ ਜੀ ਲੁਬਾਣਾ, ਜਿਹੜੇ ਮੀਤ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਕਾਫੀ ਸਾਰੇ ਮੈਂਬਰ ਸਾਹਿਬਾਨ ਸਾਡੇ ਨਾਲ ਇੱਥੇ ਪਹੁੰਚੇ। ਬਾਬਾ ਜੀ ਨਾਲ ਜਿਹੜਾ ਵਿਚਾਰ ਵਿਮਰਸ਼ ਕਰਨ ਤੋਂ ਬਾਅਦ ਜਿਹੜੀ ਇਹ ਰੂਪ ਰੇਖਾ ਬਣਾਈ ਗਈ ਹੈ ਕਿ ਫਤਿਹ ਦਿਵਸ ਜਿਹੜਾ ਹਰ ਸਾਲ ਲਾਲ ਕਿਲੇ ਦੇ ਉੱਤੇ ਮਨਾਇਆ ਜਾਂਦਾ, ਉਹ ਦਿੱਲੀ ਨੂੰ ਫਤਿਹ ਕਰਨ ਵਾਲੇ ਉਹਨਾਂ ਜਰਨੈਲਾਂ ਦੀ ਯਾਦ ਦੇ ਵਿੱਚ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਬਘੇਲ ਸਿੰਘ ਜੀ, ਇਹ ਸਾਲ ਜਿਹੜਾ ਹੈ ਕਿਉਂਕਿ 300 ਸਾਲਾ ਜਨਮ ਸ਼ਤਾਬਦੀ ਆ ਰਹੀ ਹੈ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਹੋਣਾ ਦੀ, ਔਰ ਅਕਾਲੀ ਬਾਬਾ ਫੂਲਾ ਸਿੰਘ ਜੀ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਵੀ ਰਹੇ, ਉਹਨਾਂ ਦੀ 200 ਸਾਲਾ ਸ਼ਹੀਦੀ ਜਿਹੜਾ ਸ਼ਤਾਬਦੀ ਹੈ ਉਹਨਾਂ ਨੂੰ ਸਮਰਪਿਤ ਕਰਕੇ ਇਹ ਪ੍ਰੋਗਰਾਮ ਬਣਾਇਆ। ਤੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁਣੇ ਸਿੰਘ ਸਾਹਿਬ ਨੇ ਆਪ ਜੀ ਨੂੰ ਦੱਸਿਆ ਕਿ 6 ਤਰੀਕ ਨੂੰ ਅਕਾਲ ਤਖਤ ਸਾਹਿਬ ਤੋਂ ਰਾਮਗੜੀਆ ਬੁੰਗੇ ਦੇ ਉੱਤੋਂ ਇਹ ਨਗਰ ਕੀਰਤਨ ਉੱਥੋਂ ਕੱਢਿਆ ਜਾਏਗਾ ਔਰ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਹੁੰਦਾ ਹੋਇਆ 7 ਤਰੀਕ ਰਾਤ ਦਿੱਲੀ ਪਹੁੰਚੇਗਾ। 8 ਤਰੀਕ ਨੂੰ ਜਿਹੜਾ ਹੈ ਕੀਰਤਨ ਸਮਾਗਮ ਜਿਹੜਾ ਲਾਲ ਕਿਲੇ ਦੇ ਉੱਤੇ ਹੁੰਦਾ ਉਹ ਕੀਤਾ ਜਾਏਗਾ ਔਰ 9 ਤਰੀਕ ਨੂੰ ਖਾਲਸਾਈ ਮਾਰਚ ਕੱਢੀ ਜਾਏਗੀ। ਇਹ 4 ਦਿਨ ਦਾ ਪ੍ਰੋਗਰਾਮ ਜਿਹੜਾ ਹੈ ਉਹ ਸਮੁੱਚੇ ਪੰਥ ਨੇ ਇਕੱਠਾ ਹੋ ਕੇ ਮਨਾਉਣਾ ਹੈ। ਉਹਦੇ ਲਈ ਜਿੱਥੇ ਅੱਜ ਅਸੀਂ ਵਿਚਾਰ ਵਿਮਰਸ਼ ਕੀਤੀ ਬਾਬਾ ਜੀ ਦੇ ਨਾਲ, ਇਹਨਾਂ ਨੂੰ ਸੱਦਾ ਦਿੱਤਾ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਸਾਨੂੰ ਪੂਰਾ ਸਹਿਯੋਗ ਦੇਣ ਦਾ ਜਿਹੜੀ ਗੱਲ ਕੀਤੀ, ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ। ਔਰ ਇਸ ਤੋਂ ਬਾਅਦ ਅਸੀਂ ਵੱਖ-ਵੱਖ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਔਰ ਸੰਪਰਦਾਵਾਂ ਜਿਹੜੀਆਂ ਹਰ ਵਾਰ ਉਹਦੇ ਵਿੱਚ ਆਪਣੀ ਸ਼ਮੂਲੀਅਤ ਪਾਉਂਦੀਆਂ, ਅਸੀਂ ਉਹਨਾਂ ਨੂੰ ਵੀ ਸੱਦਾ ਦਿਆਂਗੇ। ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ 3 ਸਾਲਾਂ ਬਾਅਦ ਜਿਸ ਤਰੀਕੇ ਦੇ ਨਾਲ ਕੋਵਿਡ ਦੀ ਮਹਾਮਾਰੀ ਤੋਂ ਬਾਅਦ ਇਹ ਪ੍ਰੋਗਰਾਮ ਰੁਕ ਗਏ ਸੀ, ਇਸ ਵਾਰੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਇਹ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ। ਸੋ ਮੈਂ ਸਮੁੱਚੀ ਸੰਗਤ ਨੂੰ ਵੀ ਬੇਨਤੀ ਕਰਾਂਗਾ ਕਿ 6, 7, 8 ਔਰ 9 ਤਰੀਕ ਨੂੰ ਇਹ 4 ਦਿਨ ਦਾ ਪ੍ਰੋਗਰਾਮ ਜਿਹੜਾ ਹੈ ਉਹ ਫਤਿਹ ਦਿਵਸ ਨੂੰ ਸਮਰਪਿਤ ਕਰਕੇ ਜਿਹੜਾ ਦਿੱਲੀ ਦੇ ਵਿੱਚ ਮਨਾਇਆ ਜਾਏਗਾ, ਉਹਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਔਰ ਜਿਹਦੇ ਵਿੱਚ ਜਿਹੜੇ ਪੁਰਾਤਨ ਸ਼ਸਤਰ ਨੇ, ਜਿਸ ਤਰ੍ਹਾਂ ਹੁਣੇ ਬਾਬਾ ਜੀ ਨੇ ਦੱਸਿਆ, ਖਾਲਸਾਈ ਸ਼ਾਨੋ ਸ਼ੌਕਤ ਦੇ ਨਾਲ, ਦਲ ਪੰਥ ਦੇ ਨਾਲ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਲੈ ਕੇ ਆਉਣਗੀਆਂ, ਉਹਨਾਂ ਨੂੰ ਸੰਗਤ ਦੇ ਵਿੱਚ ਦਰਸ਼ਨ ਕਰਾਏ ਜਾਣਗੇ। ਜਿਹੜੇ ਦਿੱਲੀ ਫਤਿਹ ਦਿਵਸ, ਜਿੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਇਕੱਠੇ ਲਾਲ ਕਿਲੇ ਦੇ ਸਾਹਮਣੇ ਮਨਾਉਂਦੇ ਆ ਰਹੇ ਆ ਤੇ ਪਿਛਲੇ 2 ਸਾਲ ਜਿਹੜਾ ਕੋਵਿਡ ਕਰਕੇ ਉਹ ਪ੍ਰੋਗਰਾਮ ਨਹੀਂ ਹੋ ਸਕੇ ਤੇ ਐਤਕੀ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਪ੍ਰਧਾਨ ਸਾਹਿਬ, ਜਿੱਥੇ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜੀ, ਤੇ ਇਹ ਜਿਹੜੇ ਪ੍ਰੋਗਰਾਮ ਨੇ ਦਿੱਲੀ ਫਤਿਹ ਦਿਵਸ, ਜਦੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 4ਥੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ 4ਥੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਲਾਲ ਕਿਲੇ ਨੂੰ ਜਿਹੜਾ ਦਿੱਲੀ ਫਤਿਹ ਕਰਕੇ ਤੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਜਿਹੜਾ ਚੜ੍ਹਾਇਆ ਸੀ, ਤੇ ਉਹ ਜਿਹੜੇ ਪ੍ਰੋਗਰਾਮ ਹਰ ਸਾਲ ਜਿਹੜੇ ਹੈ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਮਨਾਏ ਜਾਂਦੇ ਨੇ। ਤੇ ਇਸ ਵਾਰੀ ਜਿਹੜਾ ਦਿੱਲੀ ਫਤਿਹ ਦਿਵਸ ਹੈ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ 6ਵੇਂ ਜਥੇਦਾਰ
ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤੇ ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਜੀ ਉਹਨਾਂ ਦੀ 300 ਸਾਲਾ ਜਿਹੜੀ ਹੈ ਜਨਮ ਜਿਹੜੇ ਸ਼ਤਾਬਦੀ ਨੂੰ ਸਮਰਪਿਤ ਇਹ ਜਿਹੜੇ ਬਹੁਤ ਚੜ੍ਹਦੀ ਕਲਾ ਦੇ ਨਾਲ ਜਿਹੜੇ ਪ੍ਰੋਗਰਾਮ ਮਨਾਏ ਜਾਣੇ ਨੇ। 200 ਸਾਲਾ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਤੇ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਕਿਉਂਕਿ ਇਕੱਠੇ ਹੀ ਵਿਚਰਦੇ ਸੀ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਦੇ ਨਾਲ ਹੀ ਵਿਚਰਦੇ ਸੀ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਜੀ। ਤੇ ਜਦੋਂ ਦਿੱਲੀ ਫਤਿਹ ਕੀਤੀ ਸੀ ਉਦੋਂ ਵੀ ਆਪਣੇ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਜੀ ਨਾਲ ਸੀ। ਤੇ ਜਦੋਂ ਤਖਤ ਜਿਹੜਾ ਘੋੜਿਆਂ ਦੇ ਪਿੱਛੇ ਖਿੱਚ ਕੇ ਲਿਆਏ ਸੀ ਸਾਰੇ ਇਕੱਠੇ ਸੀ। ਤੇ ਇਹ ਜਿਹੜੇ ਪ੍ਰੋਗਰਾਮ ਵੀ ਨੇ ਹੁਣ ਵੀ ਅਸੀਂ ਸਾਰੇ ਹੀ ਆਪਣੇ ਜਿੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਉੱਥੇ ਹੀ ਜਿਹੜੇ ਪ੍ਰੋਗਰਾਮ ਨੇ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਜੀ ਦੇ 71 ਦੇ ਨਾਲ ਜਿਹੜੇ ਮਨਾਉਣੇ ਨੇ। 6 ਅਪ੍ਰੈਲ ਨੂੰ ਇਹ ਗੁਰਮਤਾ ਹੋਇਆ ਸਾਰੀ ਆਪਣੇ ਸੰਗਤ ਦੇ ਨਾਲ। ਤੇ 6 ਅਪ੍ਰੈਲ ਨੂੰ ਅਕਾਲ ਤਖਤ ਸਾਹਿਬ ਤੋਂ ਜਿਹੜਾ ਅਰਦਾਸ ਕਰਕੇ ਤੇ ਜਿਹੜਾ ਰਾਮਗੜੀਆ ਬੁੰਗਾ ਹੈ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਵੀ ਨਾਲ ਹੀ ਆਪਣੇ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੀ ਇਹ ਨਗਰ ਕੀਰਤਨ ਹੋਵੇਗਾ ਜਿਹੜਾ। ਤੇ ਨਾਲ ਹੀ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਜੀ ਦੇ ਜਦੋਂ ਦਿੱਲੀ ਤੋਂ ਤਖਤ ਲੈ ਕੇ ਆਏ ਸੀ ਤੇ ਹੁਣ ਇੱਥੋਂ ਅਰਦਾਸ ਕਰਕੇ ਦਿੱਲੀ ਨੂੰ ਜਿਹੜਾ ਇਹ ਫਤਿਹ ਮਾਰਚ ਜਾਵੇਗਾ। ਤੇ ਉਹਦੇ ਵਿੱਚ ਜਿਹੜਾ 6 ਅਪ੍ਰੈਲ ਨੂੰ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਵੇਲੇ ਜਿਹੜਾ ਆਰੰਭ ਹੋਵੇਗਾ ਇਹ ਜਿਹੜਾ ਫਤਿਹ ਮਾਰਚ। ਤੇ ਇੱਥੋਂ ਆਰੰਭ ਹੋ ਕੇ ਜਿਹੜਾ ਆਪਣੇ ਸਾਰਾ ਪ੍ਰੋਗਰਾਮ ਬਣਾ ਲਿਆ ਜਾਵੇਗਾ ਕਿੱਥੇ ਰਾਹ ਦੇ ਵਿੱਚ ਵਿਸ਼ਰਾਮ ਕਰਨਾ ਹੈ। ਉਹਦੇ ਵਿੱਚ ਆਪਣੇ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ ਇਤਿਹਾਸਕ ਸ਼ਸਤਰ ਨੇ ਤੇ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਜੀ ਦੇ ਜਿਹੜੇ ਇਤਿਹਾਸਕ ਸ਼ਸਤਰ ਨੇ ਜਦੋਂ ਦਿੱਲੀ ਫਤਿਹ ਕੀਤੀ ਸੀ ਉਹ ਵੀ ਬੁੱਢਾ ਦਲ ਦੇ ਕੋਲ ਨੇ। ਉਹਨਾਂ ਦੇ ਵੀ ਜਿਹੜੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਤੇ 7 ਤਰੀਕ ਨੂੰ ਜਿਹੜਾ ਦਿੱਲੀ ਪਹੁੰਚੇਗਾ ਤੇ ਫਿਰ 8 ਤੇ 9 ਜਿਹੜਾ ਅਪ੍ਰੈਲ ਨੂੰ ਲਾਲ ਕਿਲੇ ਦੇ ਉੱਪਰ ਜਿਹੜੇ ਗੁਰਮਤਿ ਸਮਾਗਮ ਤੇ ਜਿਹੜੇ ਫਤਿਹ ਸਮਾਗਮ ਹੋਣਗੇ ਦਿੱਲੀ ਫਤਿਹ ਨੂੰ ਸਮਰਪਿਤ। ਤੇ ਨਾਲ ਹੀ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਉਹਨਾਂ ਨੂੰ ਸਮਰਪਿਤ ਤੇ ਨਾਲ ਹੀ ਜਿਹੜੇ ਆ ਬਾਬਾ ਜੱਸਾ ਸਿੰਘ ਜੀ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਇਹ ਪ੍ਰੋਗਰਾਮ ਕਰਵਾਏ ਜਾਣੇ ਨੇ। ਤੇ ਸਾਰੇ ਆਪਾਂ ਵੱਧ ਚੜ੍ਹ ਕੇ 6, 7, 8 ਤੇ 9 ਅਪ੍ਰੈਲ ਨੂੰ ਹੁਮਾ ਕੇ ਦਿੱਲੀ ਦੇ ਵਿੱਚ ਵੀ ਇਹ ਜਿਹੜੇ ਪ੍ਰੋਗਰਾਮ ਕਰਨੇ ਨੇ। ਤੇ ਉਹਨਾਂ ਦੇ ਵਿੱਚ ਵੀ ਸੰਗਤਾਂ ਨੂੰ ਬੇਨਤੀ ਆ ਆਪਾਂ ਵੱਧ ਚੜ੍ਹ ਕੇ ਹਾਜ਼ਰੀਆਂ ਲਵਾਉਣੀਆਂ ਨੇ। ਗੂੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਮਰੀਕੀ ਕਾਂਗਰਸ ਦਾ ਇੱਕ ਵਫਦ ਬੀਤੇ ਦਿਨੀ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਨਤਮਸਤਕ ਹੋਇਆ। ਤੇ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਸਣੇ ਕਈ ਹੋਰ ਮੈਂਬਰਾਂ ਵੱਲੋਂ ਇਸ ਵਫਦ ਦਾ ਸਵਾਗਤ ਕੀਤਾ ਗਿਆ। ਜਿੱਥੇ ਇਸ ਵਫਦ ਨੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ, ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਫਦ ਦਾ ਸਨਮਾਨ ਵੀ ਕੀਤਾ ਗਿਆ। Honor and privilege for our delegation to visit this holy place to the Sikh community. We have a very strong and vibrant Sikh community in America, very hardworking, very prosperous, very generous, very family and education oriented. So we love the Sikh community in America, and coming here to see such a holy place and learning the whole history of all the gurus is very, very meaningful to our whole delegation. This is about the largest delegation that has ever visited India, and we want to learn so much about this wonderful country, and it has so many beautiful parts to it, one of which is the Sikh community. So God bless this wonderful community and may it prosper both here in India and in America. ਅੱਜ ਅਮਰੀਕਨ ਡੈਲੀਗੇਸ਼ਨ ਜਿਹਨੂੰ ਲੀਡ ਕਰ ਰਹੇ ਆ ਉੱਥੇ ਦੇ ਸੈਨੇਟਰ ਹੁਸਨ ਜਿਨ੍ਹਾਂ ਦੀ ਬਾਰੇ ਬਹੁਤ ਅਸੀਂ ਲੋਕਾਂ ਨੇ ਕਿਤਾਬਾਂ 'ਚ ਪੜ੍ਹਿਆ ਕਿ ਇਹਨਾਂ ਦਾ ਆਪਣੇ ਦੇਸ਼ ਦੇ ਪ੍ਰਤੀ ਔਰ ਜਿਸ ਤਰੀਕੇ ਦੇ ਨਾਲ ਬਾਕੀ ਕੌਮਾਂ ਦੇ ਨਾਲ ਇਹ ਸਾਂਝ ਰੱਖਦੇ ਆ,
ਅੱਜ ਗੁਰਦੁਆਰਾ ਸੀਸਗੰਜ ਸਾਹਿਬ ਇਹਨਾਂ ਨੇ ਵਿਜ਼ਿਟ ਕੀਤੀ ਆਪਣੀ ਡੈਲੀਗੇਸ਼ਨ ਨੂੰ, ਕਿਉਂਕਿ ਇਹ ਵਿਜ਼ਿਟ ਤੇ ਪੂਰੀ ਇੰਡੀਆ ਦੇ ਆਏ ਹੋਏ ਆ। ਇੱਥੇ ਆ ਕੇ ਜਿਸ ਤਰੀਕੇ ਦੇ ਨਾਲ ਗੁਰੂ ਇਤਿਹਾਸ ਦੇ ਨਾਲ ਜੋੜਿਆ, ਔਰ ਉਹਨਾਂ ਨੇ ਆਂਦੇ ਜਿਸ ਤਰੀਕੇ ਨਾਲ ਦੱਸਿਆ ਕਿ ਅਮਰੀਕਾ ਦੇ ਵਿੱਚ ਵੀ ਜਿਹੜੇ ਸਿੱਖ ਨੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮਿਲਵਰਤਨ ਦੇ ਨਾਲ ਪਿਆਰ ਨਾਲ ਰਹਿੰਦੇ ਆ, ਔਰ ਗੁਰੂ ਇਤਿਹਾਸ ਜਾਣਨ ਤੋਂ ਬਾਅਦ ਉਹਨਾਂ ਦੇ ਵਿੱਚ ਇੱਕ ਸ਼ਰਧਾ ਦਾ ਹੋਰ ਵੱਧਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਕੌਮ ਇੰਨੀ ਜੁਝਾਰੂ ਹੈ, ਔਰ ਕੌਮ ਦੇ ਜਰਨੈਲ ਗੁਰੂ ਕਿਹੋ ਜਿਹੇ ਸੀ। ਸੋ ਸਾਨੂੰ ਉਮੀਦ ਹੈ ਕਿ ਇਹੋ ਜਿਹੀਆਂ ਜਿਹੜੀਆਂ ਵਿਜ਼ਿਟਸ ਹੁੰਦੀਆਂ ਨੇ, ਸਾਡੇ ਭਰਾ ਜਿਹੜੇ ਉਹ ਬਾਹਰ ਵਿਦੇਸ਼ਾਂ 'ਚ ਬੈਠੇ ਨੇ, ਚਾਹੇ ਅਮਰੀਕਾ 'ਚ ਹੋਣ, ਕੈਨੇਡਾ 'ਚ ਹੋਣ, ਜਿਹੜੇ ਵੀ ਡੈਲੀਗੇਟਸ ਇੱਥੇ ਆ ਕੇ ਉਹਨਾਂ ਦੇ ਪਿਛੋਕੜ ਬਾਰੇ ਪਤਾ ਕਰਕੇ ਜਾਂਦੇ ਆ, ਸੋ ਉਹਨਾਂ ਦੇ ਵੀ ਰਿਸ਼ਤੇ ਉਹਨਾਂ ਨਾਲ ਸੁਖਾਵੇ ਹੁੰਦੇ ਆ। ਸੋ ਅੱਜ ਇਹਨਾਂ ਨੂੰ ਆਉਣ ਦੇ ਉੱਤੇ ਅਸੀਂ ਜੀ ਆਇਆਂ ਕਹਿੰਦੇ। ਡੈਲੀਗੇਸ਼ਨ ਅੱਜ ਪਹੁੰਚਿਆ ਸਾਡੇ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ, ਔਰ ਇਸ ਡੈਲੀਗੇਸ਼ਨ ਦੇ ਵਿੱਚ ਅੱਜ ਤੱਕ ਦਾ ਸਭ ਤੋਂ ਵੱਡਾ ਡੈਲੀਗੇਸ਼ਨ ਹੈ ਜੋ ਇੱਥੇ ਆਇਆ। ਉਹਨਾਂ ਨੇ ਸਾਡੇ ਨਾਲ ਇੱਕ ਤੇ ਗੁਰੂ ਇਤਿਹਾਸ, ਗੁਰਧਾਮਾਂ ਦੇ ਬਾਰੇ, ਸਿੱਖਾਂ ਦਾ ਕੀ ਇਤਿਹਾਸ ਹੈ, ਉਸ ਦੀ ਬੜੀ ਰੁਚੀ ਲੈ ਕੇ ਉਸ ਦੀ ਜਾਣਕਾਰੀ ਲਈ ਹੈ। ਦੂਸਰੀ ਸਭ ਤੋਂ ਵੱਡੀ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਵਾਂਟ ਮੋਰ ਸਿੱਖਸ ਇਨ ਅਮਰੀਕਾ, ਇਹ ਸਾਡੇ ਵਾਸਤੇ ਬੜੀ ਫਖਰ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦਾ ਡੈਲੀਗੇਸ਼ਨ ਆਇਆ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਵੀ ਵਾਂਟ ਮੋਰ ਸਿੱਖਸ ਇਨ ਆਸਟ੍ਰੇਲੀਆ, ਬਿਕੋਜ਼ ਸਿੱਖਸ ਜਿਹੜੇ ਆ ਉਹ ਹਾਰਡ ਵਰਕਰ ਹੈ, ਇਮਾਨਦਾਰ ਹੈ, ਔਰ ਜਿੱਥੇ ਵੀ ਜਾਂਦੇ ਆ ਉੱਥੇ ਮਿਹਨਤ ਲਗਨ ਕਰਕੇ ਉੱਥੋਂ ਦੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ। ਸੋ ਅੱਜ ਇਸ ਡੈਲੀਗੇਸ਼ਨ ਵੱਲੋਂ ਵੀ ਸਿੱਖਾਂ ਦੀ ਤਾਰੀਫ ਕੀਤੀ ਗਈ ਹੈ ਜਿਹੜੇ ਅਮਰੀਕਾ ਦੇ ਵਿੱਚ ਹੈ, ਔਰ ਉਹਨਾਂ ਨੇ ਕਿਹਾ ਕਿ ਹੋਰ ਸਿੱਖ ਆਉਣ, ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ। ਸੋ ਅੱਜ ਇੱਥੇ ਡੈਲੀਗੇਸ਼ਨ ਦਾ ਅਸੀਂ ਸਵਾਗਤ ਕੀਤਾ ਹੈ, ਉਹਨਾਂ ਨੂੰ ਸਾਰੇ ਇਤਿਹਾਸ ਦੇ ਬਾਰੇ ਦੱਸਿਆ, ਔਰ ਬਹੁਤ ਹੀ ਉਹ ਪ੍ਰਸੰਨ ਹੋਏ ਆ ਸਾਰਾ ਕੁਝ ਹਿਸਟਰੀ ਜਾਣਨ ਤੋਂ ਬਾਅਦ। ਗੂੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਗੁਰਬਾਣੀ ਵਿਰਸਾ ਸੰਭਾਲ ਸਤਸੰਗ ਟਕਸਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਦਿੱਲੀ ਦੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਲੱਕੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਸਾਚੇ ਮੇਲ ਮਿਲਾਏ ਸਮਾਗਮ ਕਰਵਾਇਆ ਗਿਆ, ਜਿਸ ਦੇ ਵਿੱਚ ਸੰਗਤ ਵੱਲੋਂ ਵੀ ਵੱਡੀ ਗਿਣਤੀ 'ਚ ਹਾਜ਼ਰੀ ਲਵਾਈ ਗਈ। ਤੇ ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਮੌਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਕੀ ਕੁਝ ਕਿਹਾ ਉਹਨਾਂ ਨੇ, ਆਓ ਸੁਣਦੇ ਹਾਂ। ਸਮੁੱਚੀ ਸੰਗਤ ਨੂੰ ਔਰ ਖਾਸ ਤੌਰ ਤੇ ਬੀਬੀ ਨਰਿੰਦਰ ਕੌਰ ਜੀ ਜਿਨ੍ਹਾਂ ਨੇ ਉਪਰਾਲਾ ਕੀਤਾ, ਔਰ ਇਹ 2 ਰੋਜ਼ ਦਾ ਜਿਹੜਾ ਪ੍ਰੋਗਰਾਮ ਰੱਖਿਆ ਸਾਚੇ ਮੇਲ ਮਿਲਾਏ ਦਾ, ਔਰ ਉਹਦੇ ਵਿੱਚ ਵੱਖ-ਵੱਖ ਅਦਾਰਿਆਂ ਦੇ ਵਿੱਚ ਕੰਮ ਕਰ ਰਹੇ ਵੱਖ-ਵੱਖ ਅਦਾਰਿਆਂ ਦੇ ਸਪੈਸ਼ਲਿਸਟ, ਲੈਕਚਰ ਸਾਹਿਬਾਨ, ਉਹਨਾਂ ਸਾਰਿਆਂ ਨੂੰ ਬੁਲਾ ਕੇ ਇੱਥੇ ਜੀਵਨ ਜਾਂਚ ਬਾਰੇ ਤੁਹਾਡੇ ਨਾਲ ਜਿਹੜੀਆਂ ਗੱਲਾਂ ਸਾਂਝ ਕੀਤੀਆਂ। ਬਹੁਤ ਵੱਡੀ ਲੋੜ ਅੱਜ ਦੇ ਸਮੇਂ ਦੇ ਵਿੱਚ ਕਿ ਇਹੋ ਜਿਹੇ ਪ੍ਰੋਗਰਾਮ ਕਰਾ ਕੇ ਅਸੀਂ ਆਪਣੇ ਬੱਚਿਆਂ ਨੂੰ ਜੀਵਨ ਦੇ ਜਾਂਚ ਬਾਰੇ ਦੱਸ ਸਕੀਏ, ਉਹਨਾਂ ਨੂੰ ਜੀਵਨ ਦੇ ਮੋਢ ਉਦੇਸ਼ ਜਿਹੜੇ ਨੇ ਉਹਨਾਂ ਬਾਰੇ ਅਸੀਂ ਜਾਣੂ ਕਰਾ ਸਕੀਏ, ਔਰ ਦੱਸ ਸਕੀਏ ਕਿ ਕਿਸ ਤਰੀਕੇ ਦੇ ਨਾਲ ਪਰਿਵਾਰਾਂ ਦੇ ਵਿੱਚ ਵੱਡਿਆਂ ਦੀਆਂ, ਵਡੇਰਿਆਂ ਦੀਆਂ ਕਿਸ ਤਰੀਕੇ ਦੇ ਨਾਲ ਇੱਜ਼ਤ ਕਰਨੀ ਹੁੰਦੀ, ਔਰ ਬਜ਼ੁਰਗਾਂ ਨੂੰ ਵੀ ਇਹ ਦੱਸ ਸਕੀਏ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਅੱਜ ਦੇ ਮਾਡਰਨ ਜ਼ਮਾਨੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਨਾਲ ਐਡਜਸਟ ਹੋ ਕੇ ਰਹਿਣਾ। ਇਹ ਪ੍ਰੋਗਰਾਮ ਦਾ ਨਾਮ ਭਾਵੇਂ ਸਾਚੇ ਮੇਲ ਮਿਲਾਏ ਆ, ਪਰ ਮੈਂ ਸਮਝਦਾ ਕਿ ਇਹ ਪ੍ਰੋਗਰਾਮ ਦੇ ਵਿੱਚ ਜ਼ਿਆਦਾਤਰ ਜਿਹੜੇ ਲੈਕਚਰ ਹੋਏ ਨੇ ਕੱਲ ਤੋਂ ਲੈ ਕੇ ਹੁਣ ਤੱਕ, ਇਹ ਜੀਵਨ ਜਾਂਚ ਬਾਰੇ ਦੱਸੇ ਗਏ ਨੇ। ਇਹ ਖਾਲੀ ਸਿਰਫ ਇੱਕ ਨਵੇਂ ਵਿਆਹੇ ਜੋੜੇ ਬਾਰੇ ਨਹੀਂ ਦੱਸਿਆ ਗਿਆ ਕਿ ਅਸੀਂ ਅੱਜ ਸਾਚੇ ਮੇਲ ਗੁਰੂ ਨੇ ਮਿਲਾਏ ਆ। ਇਹ ਜਿਹੜੇ ਮੇਲ ਨੇ ਇਹ ਸਾਰੇ ਪਰਿਵਾਰਾਂ ਦੇ ਵੀ ਹੁੰਦੇ ਆ। ਜਿਸ ਘਰ ਦੇ ਵਿੱਚ ਬੱਚਾ ਜੰਮਿਆ ਉਹਦਾ ਵੀ ਮੇਲ ਉਸ ਪਰਿਵਾਰ ਦੇ ਵਿੱਚ ਰੱਬ ਨੇ ਉਹਦੇ ਨਾਲ ਮਿਲਾਇਆ। ਉਸ ਪਿਓ ਦੇ ਨਾਲ, ਉਸ ਮਾਂ ਦੀ ਕੁੱਖ ਦੇ ਵਿੱਚ ਜਨਮ ਲੈ ਕੇ ਇਹ ਜਿਹੜਾ ਮੇਲ ਹੈ ਰੱਬ ਨੇ ਵਾਕਈ ਸੱਚੇ ਤਰੀਕੇ ਦੇ ਨਾਲ ਔਰ ਸਭ ਤੋਂ ਪਵਿੱਤਰ ਰਿਸ਼ਤੇ ਜਿਹੜੇ ਆ ਮਾਂ ਪਿਓ ਦੇ ਨਾਲ ਬਣਾਏ ਆ। ਔਰ ਅੱਜ ਉਹਦੇ ਬਾਰੇ ਜਿਸ ਤਰੀਕੇ ਦੇ ਨਾਲ ਮੇਰੇ ਤੋਂ ਪਹਿਲਾਂ ਹੁਣੇ ਡਾਕਟਰ ਸਰਦਾਰ ਰੁਪਿੰਦਰ ਸਿੰਘ ਜੀ ਔਰ ਡਾਕਟਰ ਹਰਪ੍ਰੀਤ ਕੌਰ ਉਹਨਾਂ ਨੇ ਬੜੇ ਪਿਆਰੇ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਰਹਿਣਾ ਹੈ, ਔਰ ਆਪਣੇ ਬਜ਼ੁਰਗਾਂ ਦੇ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਅਕੋਮੋਡੇਟ ਕਰਦੇ ਹੋਏ ਉਹਨਾਂ ਦੀ ਜੀਵਨ ਦੇ ਨਾਲ ਕਿਸ ਤਰੀਕੇ ਦੇ ਨਾਲ ਇੱਕ ਬੈਲੈਂਸ ਬਣਾ ਕੇ ਰੱਖਣਾ। ਮੈਂ ਬੈਠਾ ਹੁਣੇ ਉੱਥੇ ਸਰਦਾਰ ਅਮਨਦੀਪ ਸਿੰਘ ਜੀ ਬਖਸ਼ੀ ਜੀ ਨਾਲ ਗੱਲ ਕਰ ਰਿਹਾ ਸੀ, ਗੁੰਜੀਤ ਜੀ ਨਾਲ, ਕਿ ਇੱਥੇ ਜਿੰਨੇ ਵੀ ਲੋਕ ਬੈਠੇ ਆ
ਇਹ ਜ਼ਿਆਦਾਤਰ ਉਸ ਉਮਰ ਦੇ ਲੋਕ ਬੈਠੇ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਹੁਣ ਬੱਚੇ ਵੱਡੇ ਹੋ ਚੁੱਕੇ ਹੈ ਔਰ ਆਪ ਬਜ਼ੁਰਗੀ ਵਿੱਚ ਨੇ। ਔਰ ਅਗਰ ਬੱਚੇ ਤੁਹਾਡੇ ਘਰਾਂ ਦੇ ਵਿੱਚ ਇਸ ਜੀਵਨ ਜਾਚ ਦੇ ਵਿੱਚ ਨਹੀਂ ਚੱਲ ਰਹੇ ਤੇ ਘਰ ਜਾ ਕੇ ਕਿੱਥੇ ਉਹਨਾਂ ਨਾਲ ਲੜਨਾ ਨਾ ਕਿ ਅੱਜ ਵੀ ਅਸੀਂ ਸਿੱਖ ਕੇ ਆਏ ਹਾਂ, ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਨਵੀਂ ਪਨੀਰੀ ਨੂੰ ਜੋੜੀਏ, ਨਵੀਂ ਪਨੀਰੀ ਨੂੰ ਲੈ ਕੇ ਆਈਏ। ਔਰ ਮੈਂ ਸਮਝਦਾ ਕਿ 2 ਦਿਨਾਂ ਦੇ ਵਿੱਚ ਇੱਥੇ ਸਾਰੇ ਬਜ਼ੁਰਗਵਾਰ ਇੱਥੇ ਪਹੁੰਚੇ ਨੇ। ਨਵੀਂ ਪਨੀਰੀ ਦੀ ਸ਼ਮੂਲੀਅਤ ਬਹੁਤ ਘੱਟ ਹੋਈ ਹੈ। ਇਹ ਪ੍ਰੋਗਰਾਮ ਦੀ ਰੂਪ ਰੇਖਾ ਇਹਨੇ ਸੋਹਣੇ ਤਰੀਕੇ ਦੇ ਨਾਲ ਭੈਣ ਜੀ ਉਹਨਾਂ ਨੇ ਬਣਾਈ ਹੈ, ਮਗਰ ਇਹਦੇ ਵਿੱਚ ਮੈਂ ਸਮਝਦਾ ਕਿ ਕਮੀ ਸਾਡੇ ਕੋਲ ਇਹ ਵੇ ਕਿ ਇਹਦੇ ਪ੍ਰਚਾਰ ਨੂੰ ਔਰ ਇਹਨੂੰ ਇੱਕ ਐਸੇ ਤਰੀਕੇ ਦੇ ਨਾਲ ਕੀਤਾ ਜਾਏ ਤਾਂ ਕਿ ਸਾਡੇ ਯੰਗਸਟਰਸ ਵੀ ਇਹਦੇ ਵਿੱਚ ਜੁਆਇਨ ਕਰ ਸਕਣ, ਉਹਨਾਂ ਨੂੰ ਵੀ ਪਤਾ ਚੱਲੇ ਕਿ ਅਸਲੀ ਜਿਹੜੀ ਜੀਵਨ ਨੂੰ ਜੀਣ ਦਾ ਕੀ ਉਦੇਸ਼ ਔਰ ਗੁਰੂ ਮਹਾਰਾਜ ਦੀ ਬਾਣੀ ਦੇ ਜਿਹੜੇ ਉਦਾਹਰਣ ਦੇ ਕੇ ਕੱਲ ਤੋਂ ਲੈ ਕੇ ਹੁਣ ਤੱਕ ਪ੍ਰਚਾਰਕਾਂ ਨੇ ਗੱਲ ਕੀਤੀ ਹੈ। ਗੁਰਬਾਣੀ ਸਾਨੂੰ ਕੀ ਸਿਖਾਉਂਦੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਕਿਸ ਤਰੀਕੇ ਦੇ ਨਾਲ ਰਹਿਣਾ ਹੈ। ਸੋ ਅੱਜ ਤੁਸੀਂ ਸਾਰੇ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋ। ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਕਿਉਂਕਿ ਮੈਂ ਅਮੂਮਨ ਦੇਖਿਆ ਕਿ ਜਦ ਇਸਤਰੀ ਸਤਸੰਗ ਦੀਆਂ ਬੀਬੀਆਂ ਖਾਸ ਤੌਰ ਤੇ ਗੁਰੂ ਘਰਾਂ ਦੇ ਵਿੱਚ ਜਿਸ ਸ਼ਰਧਾ ਪਿਆਰ ਦੇ ਨਾਲ ਕੀਰਤਨ ਕਰਦੀਆਂ, ਅੱਜ ਦੇ ਕਲਯੁਗੀ ਸਮੇਂ ਦੇ ਵਿੱਚ ਉਹਨਾਂ ਪ੍ਰਚਾਰ ਪ੍ਰਸਾਰ ਆਪਾਂ ਘਰਾਂ 'ਚ ਨਹੀਂ ਕਰ ਪਾ ਰਹੇ। ਅਸੀਂ ਆਪਣੇ ਬੱਚਿਆਂ ਨਾਲ ਵੀ ਬੈਠ ਕੇ ਜਿਸ ਤਰੀਕੇ ਨਾਲ ਹੁਣੇ ਸਰਦਾਰ ਰੁਪਿੰਦਰ ਸਿੰਘ ਜੀ ਉਹਨਾਂ ਨੇ ਦੱਸਿਆ, ਆਪਣੇ ਬੱਚਿਆਂ ਨੂੰ ਬਿਠਾ ਕੇ ਉਹਨਾਂ ਨੂੰ ਗੁਰੂ ਇਤਿਹਾਸ ਦੀਆਂ ਸਾਖੀਆਂ ਸੁਣਾਈਏ, ਆਪਣੇ ਉਸ ਵੱਡਮੁੱਲੇ ਇਤਿਹਾਸ ਨੂੰ ਅਸੀਂ ਬੱਚਿਆਂ ਨੂੰ ਦੱਸ ਸਕੀਏ। ਔਰ ਜੇ ਅਗਰ ਅਸੀਂ ਆਪ ਉਹਨਾਂ ਤੋਂ ਵੰਚਿਤ ਹਾਂ ਤੇ ਕੋਈ ਵੱਡੀ ਗੱਲ ਨਹੀਂ ਹੈ ਕਿ ਸਾਨੂੰ ਉਹਨਾਂ ਦੀਆਂ ਸਾਖੀਆਂ ਦੀਆਂ ਕਿਤਾਬਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੈਂਕੜੋ ਕਿਤਾਬਾਂ ਪਈਆਂ ਨੇ ਜਿਹੜੇ ਵੱਖ-ਵੱਖ ਇਤਿਹਾਸ ਨੂੰ ਦਰਸਾਉਂਦੀਆਂ, ਅਸੀਂ ਆਪ ਪੜ੍ਹ ਕੇ ਉਹਨਾਂ ਨੂੰ ਵੀ ਦਸੀਏ। ਮਗਰ ਘੱਟ ਤੋਂ ਘੱਟ ਆਪਾਂ ਸ਼ੁਰੂਆਤ ਕਰੀਏ ਕਿ ਸਾਡੇ ਘਰ ਦੇ ਬੱਚਿਆਂ ਨੂੰ ਸਾਡੇ ਸਿੱਖੀ ਦੇ ਬੂਟੇ ਦੇ ਬਾਰੇ ਪਤਾ ਚੱਲ ਸਕੇ, ਉਹਨਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਬਾਰੇ ਪਤਾ ਚੱਲ ਸਕੇ, ਉਹਨਾਂ ਵੀਰਾਂ ਸੂਰਵੀਰਾਂ ਦੀਆਂ ਸ਼ਹਾਦਤਾਂ ਦੇ ਬਾਰੇ ਗੱਲ ਅਸੀਂ ਦੱਸ ਸਕੀਏ। ਮੈਂ ਸਮਝਦਾ ਕਿ ਜਿਹੜਾ ਬੱਚਾ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਜਾਣੂ ਹੋਏਗਾ, ਜਿਹੜਾ ਬੱਚਾ ਬਾਬਾ ਬੰਦਾ ਸਿੰਘ ਬਹਾਦਰ ਦੇ ਕੁਰਬਾਨੀ ਦੇ ਬਾਰੇ, ਉਹਨਾਂ ਦੇ ਬੱਚੇ ਬਾਬਾ ਅਜੇ ਸਿੰਘ ਬਾਰੇ ਜਾਣਦਾ ਹੋਏਗਾ ਤੇ ਫਿਰ ਉਹ ਆਪਣੀ ਸਿੱਖੀ ਤੋਂ ਮੁਨਕਰ ਨਹੀਂ ਹੋ ਸਕਦਾ। ਜੇ ਆਪਾਂ ਸਿੱਖੀ ਦੇ ਵਿੱਚ ਪਹਿਲੇ ਬੱਚਿਆਂ ਨੂੰ ਸਾਂਭ ਲਈਏ ਤੇ ਜਿਹੜਾ ਸਿੱਖੀ ਦਾ ਸੰਸਕਾਰ ਹੈ, ਸਿੱਖੀ ਦਾ ਕਲਚਰ ਹੈ, ਉਹਨੇ ਆਪੇ ਹੀ ਆਪਣੇ ਘਰ ਦੇ ਵਿੱਚ ਇਹ ਮਾਹੌਲ ਸਾਚੇ ਮੇਲ ਮਿਲਾਏ ਦਾ ਬਣਾ ਦੇਣਾ ਹੈ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜੋ ਵੀ ਅਸੀਂ ਰਲ ਮਿਲ ਕੇ ਉਪਰਾਲਾ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਦੇ ਹੋਏ ਐਸੇ ਦੇ ਪ੍ਰੋਗਰਾਮ ਲਗਾਤਾਰ ਕਰੀਏ ਔਰ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਅਗਲੇ ਪ੍ਰੋਗਰਾਮ ਦੇ ਵਿੱਚ ਕਿ ਸਾਡੇ ਪਰਿਵਾਰਾਂ ਦੇ, ਸਾਡੇ ਮਹੱਲਿਆਂ ਦੇ ਬੱਚੇ ਜਿਹੜੇ ਨੇ ਉਹ ਇਹਦੇ ਵਿੱਚ ਹਾਜ਼ਰੀਆਂ ਭਰ ਸਕਣ ਔਰ ਤਾਂ ਹੀ ਇਹ ਸਾਡੇ ਪ੍ਰੋਗਰਾਮ ਹੋਰ ਅੱਛੇ ਤਰੀਕੇ ਦੇ ਨਾਲ ਕਾਮਯਾਬ ਹੋਣਗੇ। ਸੋ ਮੈਂ ਇੱਕ ਵਾਰ ਫਿਰ ਤੋਂ ਬੀਬੀ ਨਰਿੰਦਰ ਕੌਰ ਜੀ ਦਾ, ਉਹਨਾਂ ਦੀ ਸਮੂਹ ਸਾਥੀਆਂ ਦਾ, ਬੀਬੀ ਮਨਪ੍ਰੀਤ ਕੌਰ ਜੀ, ਬੀਬੀ ਮਨਜੀਤ ਕੌਰ ਜੀ, ਸਾਰਿਆਂ ਨੇ ਖਾਸ ਤੌਰ ਤੇ ਇਸਤਰੀ ਸਤਸੰਗ ਦੀ ਮੇਰੇ ਬਜ਼ੁਰਗਵਾਰ ਮਾਤਾ ਬਸੰਤ ਕੌਰ ਜੀ ਵੀ ਬੈਠੇ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਔਰ ਅੱਜ ਸਾਡੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਇਸਤਰੀ ਸਤਸੰਗ ਦੀ ਬੀਬੀ ਮਨਦੀਪ ਕੌਰ ਜੀ ਆਏ ਨੇ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।